ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਪੰਜਾਬ ਦੇ ਵਿੱਚ ਡਰੱਗ ਦੀ ਪ੍ਰੋਬਲਮ ਅਜੇ ਵੀ ਸਿਖਰਾਂ ਤੇ ਹੈ। ਪੰਜਾਬ ਦੀ ਜਵਾਨੀ ਕਿਵੇਂ ਨਸ਼ਿਆਂ ਦੇ ਵਿੱਚ ਡੁੱਬੀ ਹੋਈ ਹੈ, ਇਸ ਸੰਬੰਧੀ ਟਾਈਮ ਟੂ ਟਾਈਮ ਅਸੀਂ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਦੇ ਰੂਬਰੂ ਕਰਵਾਉਂਦੇ ਹਾਂ ਅਤੇ ਉਹਨਾਂ ਦੇ ਵਿਚਾਰ ਜਾਣਦੇ ਹਾਂ ਕਿ ਕਿਸ ਤਰ੍ਹਾਂ ਡਰੱਗ ਦੇ ਮਾਮਲੇ ਤੇ ਠੱਲ ਪਾਈ ਜਾਵੇ ਅਤੇ ਕਿਸ ਤਰ੍ਹਾਂ ਆਪਣੇ ਪੰਜਾਬੀਆਂ ਬੱਚਿਆਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਿਆ ਜਾਵੇ। ਇੱਕ ਪਾਸੇ ਸਾਡੀਆਂ ਨੌਜਵਾਨ ਕੁੜੀਆਂ ਤੇ ਮੁੰਡੇ ਡਰੱਗ ਐਡਿਕਟ ਹੋ ਰਹੇ ਹਨ ਅਤੇ ਦੂਸਰੇ ਪਾਸੇ ਜਥੇਦਾਰ ਅਕਾਲ ਤਖਤ ਸਾਹਿਬ ਇਹਨਾਂ ਬੱਚਿਆਂ ਨੂੰ ਸਿੱਖੀ ਵੱਲ ਜੋੜਨ ਦੀ ਬਜਾਏ 4-4 ਬੱਚੇ ਹੋਰ ਕਰੋ ਦੀਆਂ ਸਟੇਟਮੈਂਟਸ ਦੇ ਰਹੇ ਹਨ। ਵੀਅਰਸ, ਪੰਜਾਬ ਵਿੱਚ ਡਰੱਗ ਮਾਫੀਆ ਖੁੱਲ੍ਹੇਆਮ ਬਿਨਾਂ ਕਿਸੇ ਡਰ ਭੈ ਤੋਂ ਡਰੱਗਸ ਵੇਚ ਰਿਹਾ ਹੈ। ਪੰਜਾਬ ਦੀ ਪੁਲਿਸ ਵੀ ਇਸ ਸਭ ਦੇ ਵਿੱਚ ਮਿਲੀ ਹੋਈ ਹੈ। ਇਸੇ ਲਈ ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਅਣਗਹਿਲੀ ਨੂੰ ਡਰੱਗ ਦੇ ਲਈ ਜ਼ਿੰਮੇਵਾਰ ਦੱਸਿਆ, ਕਿਉਂਕਿ ਇਹ ਡਰੱਗ ਦੋਸ਼ੀਆਂ ਦੇ ਖਿਲਾਫ 6 ਮਹੀਨੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰਦੇ, ਜਿਹੜੀ ਕਿ ਕਾਨੂੰਨੀ ਜ਼ਰੂਰਤ ਹੈ। ਇਸ ਲਈ ਇਹ ਡਰੱਗ ਡੀਲਰਸ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ ਅਤੇ ਖੁੱਲ੍ਹੇਆਮ ਪੰਜਾਬ ਦੀ ਜੋਇਨ ਨੂੰ ਤਬਾਹ ਕਰ ਰਹੇ ਹਨ। ਇਹ ਬਹੁਤ ਸੈਂਸਿਟਿਵ ਮੁੱਦਾ ਹੈ। ਇਸ ਸੰਬੰਧੀ ਅਸੀਂ ਐਕਸ ਡੀਜੀਪੀ ਪੰਜਾਬ ਪ੍ਰਿਜ਼ਨ ਸ਼ਸ਼ੀ ਕਾਂਤ ਜੀ ਨਾਲ ਟਾਈਮ ਟੂ ਟਾਈਮ ਗੱਲਬਾਤ ਕਰਦੇ ਹਾਂ। ਅੱਜ ਵੀ ਅਸੀਂ ਉਹਨਾਂ ਕੋਲੋਂ ਇਸ ਵੇਲੇ ਪੰਜਾਬ ਵਿੱਚ ਡਰੱਗ ਸੰਬੰਧੀ ਕੀ ਅਪਡੇਟ ਹੈ ਇਸ ਬਾਰੇ ਜਾਣਕਾਰੀ ਲਵਾਂਗੇ। ਤਾਂ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਸ਼ਸ਼ੀ ਕਾਂਤ ਜੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸਾਡੇ ਸਾਰੇ ਸਰੋਤਾ ਹੈਗੇ ਨੇ, ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ। ਜੀ ਵੀਰ ਜੀ ਤੁਹਾਨੂੰ ਅਸੀਂ ਬਹੁਤ ਟਾਈਮ ਤੋਂ ਬਾਅਦ ਗੱਲਬਾਤ ਕਰਦੇ, ਬਹੁਤ ਸਾਰੇ ਮਹੀਨੇ ਹੋ ਗਏ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਇਹਨਾਂ ਮਹੀਨਿਆਂ ਦੌਰਾਨ ਤੁਹਾਡੀਆਂ ਕਿਹੜੀਆਂ ਕਾਰਵਾਈ ਸੀਆਂ, ਕਿਹੜੀਆਂ ਐਕਟੀਵਿਟੀ ਸੀਆਂ ਡਰੱਗ ਦੇ ਹਵਾਲੇ ਦੇ ਨਾਲ? ਪਿਛਲੇ ਦਿਨਾਂ 'ਚ ਮੈਂ ਸ਼ਾਇਦ ਪੰਜਾਬ ਦੇ ਵਿੱਚ ਥੋੜਾ ਘੱਟ ਐਕਟਿਵ ਰਿਹਾ ਹੈਗਾ ਜੀ। ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਇੱਥੇ ਤੁਹਾਡੀ ਪੰਜਾਬ ਦੀ ਸਾਡੀ ਜਿਹੜੀ ਧਰਤੀ ਹੈਗੀ ਹੈ, ਇੱਥੇ ਕਿਤੇ ਇੱਕ ਬੜੀ ਪਾਵਰਫੁਲ ਸਭਿਅਤਾ ਹੁੰਦੀ ਸੀ, ਸਿਵਲਾਈਜੇਸ਼ਨ ਹੁੰਦੀ ਸੀ, ਜਿਹਨੂੰ ਕਹਿੰਦੇ ਸੀ ਅਸੀਂ ਮੋਹਨਜੋਦਾੜੋ ਤੇ ਹੜੱਪਾ ਦੀ ਸਿਵਲਾਈਜੇਸ਼ਨ। ਹਾਂਜੀ। ਇਹ ਸਿਵਲਾਈਜੇਸ਼ਨ ਹੌਲੀ ਹੌਲੀ ਗਾਇਬ ਹੋ ਗਈ ਸੀ ਤੇ ਕਾਫੀ ਸੈਂਚੁਰੀਜ਼ ਬਾਅਦ ਇੱਕ ਨਵੀਂ ਸਭਿਅਤਾ ਇਸ ਇਲਾਕੇ 'ਚ ਪੈਦਾ ਹੋਈ ਸੀ, ਜਿਹਨੂੰ ਅਸੀਂ ਆਪਣੇ ਆਪ ਨੂੰ ਕਹਿੰਦੇ ਹੈਗੇ ਅਸੀਂ ਪੰਜਾਬੀ ਜਿਹੜੇ ਹੈਗੇ ਆ ਉਹ। ਜੀ। ਮੈਨੂੰ ਜਾਪਦਾ ਹੈਗਾ ਕਿ ਸਾਡਾ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੀ ਜਿਹੜੀ ਸਿਵਲਾਈਜੇਸ਼ਨ ਹੈਗੀ, ਅਸੀਂ ਜਿਹੜੇ ਪੰਜਾਬੀ ਹੈਗੇ ਨੇ, ਆਈ ਥਿੰਕ ਵੀ ਆਰ ਅ ਡੈਡ ਰੇਸ। ਸਾਡੇ ਵਿਚਕਾਰ ਨਾ ਤੇ ਉਹ ਜਜ਼ਬਾ ਰਹਿ ਗਿਆ ਹੈਗਾ ਬੀਬਾ ਜੀ, ਨਾ ਸਾਡੇ ਕੋਲ ਉਹ ਅਣਖ ਰਹਿ ਗਈ ਹੈਗੀ ਹੈ, ਨਾ ਅਸੀਂ ਜਿਹੜੇ ਸਾਡੇ ਗੁਰੂ ਸਾਹਿਬਾਂ ਨੇ ਰਾਹ ਦਿਖਾਈ ਸੀ ਉਸ ਪਾਸੇ ਚੱਲ ਰਹੇ ਹੈਗੇ ਆ। ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਹੈਗੀ ਹੈ, ਕਾਫੀ ਇਹਦੇ 'ਚ ਕੰਮ ਕੀਤਾ, ਇੱਕ ਅਵੇਅਰਨੈਸ ਖੜੀ ਹੋ ਗਈ। ਜਿਸ ਤਰ੍ਹਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਹੁਣ ਤੇ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਹੀ ਨਹੀਂ ਬਲਕਿ ਸੁਪਰੀਮ ਕੋਰਟ ਦੇ ਜੱਜਿਸ ਵੀ ਜਿਹੜੇ ਪੰਜਾਬ 'ਚ ਆਉਂਦੇ ਹੈਗੇ ਨੇ, ਉਹ ਵੀ ਕਹਿੰਦੇ ਹੈਗੇ ਨੇ ਕਿ ਪੰਜਾਬ ਦੇ ਵਿੱਚ ਡਰੱਗ ਦੀ ਸਮੱਸਿਆ ਹੈਗੀ ਹੈ। ਪਰ ਦੁੱਖ ਤਾਂ ਹੁੰਦਾ ਹੈਗਾ ਜਦੋਂ ਅਸੀਂ ਪੰਜਾਬੀ ਜਿਹੜੇ ਹੈਗੇ ਆ, ਅਸੀਂ ਇਹਦੇ ਬਾਰੇ ਗੱਲ ਨਹੀਂ ਕਰਦੇ ਹੈਗੇ। ਖਾਸ ਕਰ ਅਸੀਂ ਪੰਜਾਬੀ ਜਿਹੜੇ ਕਿ ਇੱਥੇ ਰਹਿੰਦੇ ਹੈਗੇ ਆ, ਜੇ ਪੰਜਾਬ ਦੇ ਵਸਨੀਕ ਹੈਗੇ ਆ, ਤੁਸੀਂ ਜਿਹੜੇ ਬਾਹਰ ਹੈਗੇ ਵਿਦੇਸ਼ਾਂ 'ਚ ਹੈਗੇ, ਤੁਹਾਡੇ ਵਿਚਕਾਰ ਹੁਣ ਵੀ ਸ਼ਾਇਦ ਉਹ ਜਜ਼ਬਾ ਤੇ ਅਣਖ ਬਾਕੀ ਹੈਗੇ, ਤੁਸੀਂ ਗੱਲ ਕਰਦੇ ਹੈਗੇ ਹੋ। ਬਟ ਪੰਜਾਬ ਜਿਹੜਾ ਹੈਗਾ ਅੱਜ ਦੀ ਤਰੀਕ 'ਚ ਇਸ ਤਰ੍ਹਾਂ ਹੀ ਰੁਲ ਗਿਆ ਹੈਗਾ, ਜਵਾਨੀ ਵੀ ਰੁਲ ਗਈ, ਅਸੀਂ ਸਾਰੇ ਰੁਲ ਗਏ ਹੈਗੇ ਨੇ। ਇਸ ਕਰਕੇ ਸਿਵਲਾਈਜੇਸ਼ਨ ਦੀ ਜਿਹੜੀ ਡਰੱਗਸ ਦੀ ਗੱਲ ਹੈਗੀ ਹੈ, ਮੈਂ ਦੂਜੀ ਸਟੇਟਾਂ ਚਲੇ ਜਾ ਰਿਹਾ ਹੈਗਾ ਹੈ, ਜੋ ਵੱਖ-ਵੱਖ IITs ਹੈਗੇ ਨੇ, ਕੁਝ IIM ਹੈਗੇ ਨੇ, ਯੂਨੀਵਰਸਿਟੀਜ਼ ਹੈਗੇ ਨੇ, ਉੱਥੇ ਵੀ ਲਗਾਤਾਰ ਲੈਕਚਰ ਹੁੰਦੇ ਹੈਗੇ ਨੇ, ਇੰਟਰੈਕਸ਼ਨਸ ਹੁੰਦੇ ਹੈਗੇ ਨੇ। ਦੁੱਖ ਦੀ ਗੱਲ ਹੈਗੀ ਹੈ ਪੂਰਾ ਇੰਡੀਆ ਹੁਣ ਅਵੇਅਰ ਹੋ ਰਿਹਾ ਹੈਗਾ, ਪਰ ਅਸੀਂ ਪੰਜਾਬੀ ਪੰਜਾਬ ਦੇ ਅਵੇਅਰ ਨਹੀਂ ਹੋਏ। ਜੀ ਬਿਲਕੁਲ ਵੀਰ ਜੀ। ਵੀਰ ਜੀ ਦੱਸ ਦੇ ਰੀਜ਼ਨ ਅਸੀਂ ਟਾਈਮ ਟੂ ਟਾਈਮ ਤੁਹਾਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਿੰਦੇ ਕਿ ਐਟਲੀਸਟ ਜਿਹੜੇ ਲੋਕ TV 84 ਰਾਹੀਂ ਤੁਹਾਨੂੰ ਸੁਣਦੇ ਨੇ, ਵੇਖਦੇ ਨੇ, ਉਹਨਾਂ ਦੇ ਵਿੱਚ ਅਵੇਅਰਨੈਸ ਆ ਸਕੇ, ਐਟਲੀਸਟ ਉਹ ਆਪਣੀ ਫੈਮਲੀਜ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਵੇਅਰ ਕਰਵਾ ਸਕਣ ਤੇ ਸੇਵ ਕਰ ਸਕਣ। ਪਰ ਜਿਸ ਤਰ੍ਹਾਂ ਵੀਰ ਜੀ ਤੁਸੀਂ ਗੱਲ ਕੀਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੀ, ਕਿ ਕਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਟਾਈਮ ਤੇ ਚਲਾਨ ਪੇਸ਼ ਨਹੀਂ ਕਰਦੀ 6 ਮਹੀਨੇ ਦੇ ਅੰਦਰ। ਤੁਹਾਨੂੰ ਕੀ ਲੱਗਦਾ ਕਿੱਥੇ ਤੱਕ ਇਹ ਠੀਕ ਹੈ? ਇਜ਼ ਦੈਟ ਦੀ ਓਨਲੀ ਰੀਜ਼ਨ ਕਿ ਜਿਹੜੇ ਡਰੱਗਸ ਡੀਲਰਸ ਨੇ ਉਹ ਬਾਹਰ ਆ ਜਾਂਦੇ ਨੇ? ਡਰੱਗ ਡੀਲਰ ਜਿਹੜੇ ਹੈਗੇ ਨੇ, ਜਿਹੜੇ ਫੜੇ ਵੀ ਜਾਂਦੇ ਹੈਗੇ ਨੇ, ਜਿਹੜੇ ਹੈਗੇ ਦੇ ਆਰ ਜਸਟ ਪੈਟੀ ਪਰਸਨਸ, ਪੈਟੀ ਵਨਸ। ਜਿਹੜੇ ਡਰੱਗ ਬੈਰਨਸ ਹੈਗੇ ਨੇ ਪੰਜਾਬ ਦੇ, ਉਹ ਸਾਰੇ ਅੱਜ ਵੀ ਇੱਥੇ ਬੈਠੇ ਹੈਗੇ ਨੇ। ਪੰਜਾਬ ਦੇ ਵਿੱਚ ਸ਼ੁਰੂਆਤ ਹੋਈ ਸੀ ਇਹ ਜਿਹੜੇ ਕੁਝ ਪੋਲੀਟੀਸ਼ੀਅਨਸ ਹੈਗੇ ਨੇ, ਜਿਹੜੇ ਕਿ ਕੁਝ ਸਿਆਸੀ ਬੰਦੇ ਹੈਗੇ ਨੇ, ਪੁਲਿਸ ਅਤੇ ਦੂਜੀ ਸਿਕਿਉਰਿਟੀ ਏਜੰਸੀ ਦੀ ਕਨਾਈਵੈਂਸ ਦੇ ਨਾਲ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ। ਪਰ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪੂਰਾ ਇੰਟਰਨੈਸ਼ਨਲ ਮਾਫੀਆ ਕੰਮ ਕਰ ਰਿਹਾ ਹੈਗਾ। ਇਸ ਤਰ੍ਹਾਂ ਇਨਫੋਰਮੇਸ਼ਨ ਜਿਹੜੀ ਆ ਰਹੀ ਹੈਗੀ ਹੈ ਉਹਦੇ 'ਚ ਜਾਪਦਾ ਹੈਗਾ ਹੈ।
पर साडे पंजाब की सरकार या पंजाब के पॉलिटिशियन हैगे ने उस तरह ही बरकरार हैगे ने, उन्हां दा इन्वॉल्वमेंट उस तरह ही हैगा है ते उन्हां दे वल्लों कोई इस तरह की कोशिश भी नहीं होती हैगी है कि ये जिहड़ा नैक्सस हैगा है जिहदे च उन्हां दे अपने बंदे भी इन्वॉल्व हैगे ने, वक्त पोलिटिकल पार्टीज ने बार-बार कहंदा रहा हैगा है उन्हां नूं भन्निया जा सके। जी बिल्कुल। ਤੇ ਵੀਰ ਜੀ, ਜਿਸ ਤਰ੍ਹਾਂ ਡੋਂਟ ਯੂ ਥਿੰਕ ਕਿ ਜਿਸ ਤਰ੍ਹਾਂ ਪੰਜਾਬ ਹਰਿਆਣਾ ਹਾਈ ਕੋਰਟ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਟਾਈਮ ਤੇ ਚਲਾਨ ਨਹੀਂ ਪੇਸ਼ ਕਰਦੀ, ਅਗਰ ਉਹ ਸੱਚਮੁੱਚ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਨੇ, ਡੋਂਟ ਯੂ ਥਿੰਕ ਜਿਸ ਤਰ੍ਹਾਂ ਤੁਸੀਂ 3 ਕੇਸਿਸ ਪਾਏ ਹੋਏ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਲਸੋ ਸੀਬੀਆਈ ਇਨਕੁਆਇਰੀ ਲਈ, ਅਗਰ ਸੀਬੀਆਈ ਇਨਕੁਆਇਰੀ ਬਿਠਾ ਦੇਣ, ਡੋਂਟ ਥਿੰਕ ਇਟਸ ਬੈਟਰ ਵਿਦਆਊਟ ਐਨੀ ਆਸਕਿੰਗ ਕੁਐਸਚਨਸ? There is lack of will. पंजाब गवर्नमेंट there is total lack of will. मैं तो उन्हें और दसना चाहूंगा कि मैं तो 3 केसेस ਤੇ ਮੇਰੇ ਪਾਏ ਹੈਗੇ ਨੇ, ਪਰ ਮੈਂ ਇੱਕ ਹੋਰ ਵੀ ਕੇਸ ਪਾਣਾ ਚਾਹਨਾ ਹੈਗਾ ਪੀਆਈਐਲ ਦੇ ਵਿੱਚ ਜਾਂ ਇਹਦੇ ਵਿੱਚ ਹੀ ਮੈਂ ਇੱਕ ਹੋਰ ਪਾਰਟ ਤੇ ਆਫ ਪਾਵਾਂਗਾ ਕਿ ਅਸੀਂ ਸ਼ੁਰੂ ਤੋਂ ਡਰੱਗਸ ਦੀ ਗੱਲ ਕਰ ਰਹੇ ਹੈਗੇ, 2007 ਤੋਂ ਡਰੱਗਸ ਦੀ ਗੱਲ ਕਰ ਰਹੇ ਹੈਗੇ ਨੇ, 2013 ਦੇ ਵਿੱਚ ਮੈਂ ਇਸ ਮਸਲੇ ਨੂੰ ਜੁਡੀਸ਼ੀਅਰੀ ਦੇ ਵਿੱਚ ਵੀ ਲੈ ਕੇ ਗਿਆ ਹੈਗਾ ਹੈ। ਹਾਂਜੀ। 2007 ਤੋਂ ਲੈ ਕਰਕੇ ਜਾਂ ਘੱਟ ਤੋਂ ਘੱਟ 2013 ਤੋਂ ਲੈ ਕਰਕੇ ਅੱਜ ਤੱਕ ਜਦੋਂ ਕਿ ਅਸੀਂ ਨੀ ਅਵੇਅਰਨੈਸ ਕ੍ਰੀਏਟ ਕੀਤੀ ਗਈ ਹੈ, ਜਿਹੜੇ ਨੌਜਵਾਨ ਨਸ਼ਿਆਂ ਦੇ ਕਰਕੇ ਜਿਨ੍ਹਾਂ ਦੀ ਮੌਤ ਹੋਈ ਹੈਗੀ ਹੈ, ਜਿਹੜੇ ਪਰਿਵਾਰ ਜਿਹੜੇ ਹੈਗੇ ਨੇ ਬੇਸਹਾਰਾ ਹੋ ਗਏ ਹੈਗੇ ਨੇ, ਉਹਨਾਂ ਦੇ ਰਿਸਪੌਂਸਿਬਲ ਕੌਣ ਹੈਗਾ, ਇਹਨਾਂ ਦੀ ਰਿਸਪੌਂਸਿਬਿਲਿਟੀ ਵੀ ਫਿਕਸ ਕੀਤੀ ਜਾਵੇ। ਜੀ। ਨਾਓ ਵੀ ਆਰ ਗੋਇੰਗ ਟੂ ਟੇਕ ਅਪ ਦਿਸ ਇਸ਼ੂ ਐਂਡ ਇਨ ਅ ਬਿਗ ਵੇ ਨਾਓ। ਜੀ ਜੀ। ਤਾਂ ਵੀਰ ਜਿਹੜੇ ਤੁਸੀਂ 3 ਕੇਸਿਸ ਦੀ ਗੱਲ ਕੀਤੀ ਹੈ, ਲਾਸਟ ਟਾਈਮ ਆਈ ਸਪੋਕ ਟੂ ਯੂ ਟੋਲਡ ਮੀ ਕਿ ਉਹਨਾਂ ਦੇ ਕੇਸਿਸ ਦੀ ਜਿਹੜੀ ਅਪਡੇਟ ਆ ਜਾਂ ਫਿਰ ਉਹਨਾਂ ਦੀ ਸੁਣਵਾਈ ਫੈਬਰੀ ਤੇ ਮਾਰਚ ਦੇ ਵਿੱਚ ਆਵੇਗੀ। ਉਹ ਜੋ ਤੁਸੀਂ ਫੈਬਰੀ ਮਾਰਚ ਦੇ ਵਿੱਚ ਇਹਨਾਂ ਕੇਸਿਸ ਦੇ ਵਿੱਚ ਗਏ ਹੋ ਕੋਰਟ ਦੇ ਕੋਲ, ਉਹਨਾਂ ਦਾ ਕੀ ਅੱਗੇ ਰਿਸਪਾਂਸ ਨਿਕਲਿਆ ਕਿ ਇਹ ਕੇਸਿਸ ਅੱਗੇ ਤੋਂ ਅੱਗੇ ਚੱਲਦੇ ਰਹਿਣਗੇ, ਇਹਨਾਂ ਤੇ ਕੋਈ ਠੋਸ ਕੰਮ ਹੋਵੇਗਾ? ਇਹ ਭਾਈ ਕੇਸਿਸ ਤਾਂ ਚੱਲ ਰਹੇ ਹੈਗੇ ਨੇ, ਪਰ ਥੋੜੇ ਜਿਹੇ ਦੂਜੇ ਇਸ਼ੂਜ਼ ਦੇ ਵਿਚਕਾਰ ਆ ਗਏ ਹੈਗੇ ਨੇ। ਠੀਕ ਇਸ਼ੂਜ਼ ਹੈਗੇ ਨੇ, ਉਹ ਜਿਸ ਤਰ੍ਹਾਂ ਨਿਰੰਜਨ ਸਿੰਘ ਜੀ ਹੈਗੇ ਨੇ, ਉਹਨਾਂ ਦਾ ਟ੍ਰਾਂਸਫਰ ਹੋਇਆ ਸੀ ਈਡੀ ਵਾਲਿਆਂ ਦਾ, ਉਹ ਇਸ਼ੂ ਬੜਾ ਇੰਪੋਰਟੈਂਟ ਹੈਗਾ, ਉਹ ਇਸ਼ੂ ਵੀ ਆ ਗਿਆ। ਪਰ ਇਹ ਚਾਪ ਰਿਹਾ ਹੈਗਾ ਕਿ ਜਿਹੜਾ ਲਾਰਜਰ ਪਰਸਪੈਕਟਿਵ ਸੀ ਪੰਜਾਬ ਦੇ ਵਿੱਚ ਨਸ਼ਿਆਂ ਦਾ, ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ, ਉਹ ਇਸ਼ੂ ਜਾਪਦਾ ਹੈਗਾ ਥੋੜਾ ਜਿਹਾ ਸਾਈਡ ਟਰੈਕ ਹੋ ਗਿਆ ਹੈ। ਜਿਹੜੇ ਅਸੀਂ ਮੰਗ ਕਰਦੇ ਰਹੇ ਹੈਗੇ ਕਿ ਸੀਬੀਆਈ ਇਨਕੁਆਇਰੀ ਕਰੇ, ਤੇ ਉਹ ਇਸ਼ੂ ਵੀ ਜਿਹੜਾ ਹੈਗਾ ਥੋੜਾ ਸਾਈਡ ਟਰੈਕ ਹੋ ਗਿਆ ਹੈਗਾ। ਇਹ ਪ੍ਰੋਬਲਮ ਆ ਰਹੀ ਹੈਗੀ ਹੈ, ਪਰ ਕੇਸਿਸ ਚੱਲ ਰਹੇ ਹੈਗੇ ਆ। ਅਸੀਂ ਬਾਰ-ਬਾਰ ਜੁਡੀਸ਼ੀਅਲ ਧਿਆਨ ਇਸ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹੈਗੇ। ਜਿਸ ਤਰ੍ਹਾਂ ਮੈਂ ਕਿਹਾ ਹੁਣ ਨਾਓ ਵੀ ਆਰ ਗੋਇੰਗ ਟੂ ਟੇਕ ਅਪ ਦਿਸ ਇਸ਼ੂ ਕਿ ਜਿਹੜੀ ਮੌਤਾਂ ਹੋਈਆਂ ਨੇ ਉਹਨਾਂ ਦੇ ਲਈ ਰਿਸਪੌਂਸਿਬਲ ਕੌਣ ਹੈਗਾ, ਉਹਨਾਂ ਦੀ ਰਿਸਪੌਂਸਿਬਿਲਿਟੀ ਵੀ ਫਿਕਸ ਕੀਤੀ ਜਾਵੇ। ਦਿਸ ਕੇਸਿਸ ਆਰ ਗੋਇੰਗ ਔਨ। ਮੈਨੂੰ ਉਮੀਦ ਹੈਗੀ ਹੈ ਕਿ ਸਾਨੂੰ ਪੂਰੇ ਇਹਦੇ 'ਚ ਇਨਸਾਫ ਮਿਲੇਗਾ। ਜੀ ਭਵੀਰ ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ, ਤੁਹਾਡੇ ਵਿਚਾਰ ਲੈਣਾ ਚਾਹੁੰਦੇ, ਜਿਸ ਤਰ੍ਹਾਂ ਤੁਹਾਡੀ ਕੈਂਪੇਨ ਜਾਂ ਤੁਸੀਂ ਕਿਸ ਤਰ੍ਹਾਂ ਅਵੇਅਰਨੈਸ ਫੈਲਾਈ, ਇਸ ਦੀ ਬਦੌਲਤ ਹੀ ਜਿਸ ਤਰ੍ਹਾਂ ਵਿਕਰਮਜੀਤ ਮਜੀਠੀਆ ਨੂੰ ਭੋਲਾ ਟਰੱਕ ਕੇਸ ਦੇ ਵਿੱਚ ਜਲਦ ਦੇ ਵਿੱਚ ਤਲਬ ਕੀਤਾ ਗਿਆ ਸੀਗਾ, ਅਤੇ ਨਿਰੰਜਨ ਸਿੰਘ ਜਿਹੜੇ ਆਫੀਸਰ ਸੀ ਐਸ ਜੀ ਸਰ ਕੀ ਬੜੇ ਚੰਗੇ ਆਫੀਸਰਸ ਨੇ, ਉਹਨਾਂ ਦਾ ਵੀ ਤਬਾਦਲਾ ਹੋ ਰਿਹਾ ਸੀ, ਉਹਨਾਂ ਨੂੰ ਵੀ ਟ੍ਰਾਂਸਫਰ ਕੀਤਾ ਜਾ ਰਿਹਾ ਸੀ, ਪਰ ਵਿਕਰਮਜੀਤ ਮਜੀਠੀਆ ਹਜੇ ਵੀ ਬਾਹਰ ਹੈ, ਜਿਹੜਾ ਕਿ ਬਾਦਲ ਪਰਿਵਾਰ ਦਾ ਮੈਂਬਰ ਹੈ। ਨਾ ਕੋਈ ਨਿਰੰਜਨ ਸਿੰਘ ਜੀ ਬਾਰੇ ਕੋਈ ਖਬਰ ਬਾਹਰ ਆਉਂਦੀ ਹੈ, ਨਾ ਹੀ ਕੋਈ ਵਿਕਰਮਜੀਤ ਮਜੀਠੀਆ ਬਾਰੇ ਕੋਈ ਖਬਰ ਆਉਂਦੀ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਮਾਮਲਾ ਇੱਥੇ ਖਤਮ ਹੋ ਗਿਆ ਹੈ? ਨਹੀਂ ਭਾਈ, ਕੋਰਟ ਦੇ ਵਿੱਚ ਹੈਗਾ ਕੁਝ ਸੀਲ ਕੁਝ ਰਿਪੋਰਟਸ ਹੈਗੀਆਂ ਨੇ ਜਿਹੜੇ ਕਿ ਸੀਲ ਕਵਰ ਦੇ ਵਿੱਚ ਹਾਈ ਕੋਰਟ ਨੂੰ ਦਿੱਤੀਆਂ ਗਈਆਂ ਹੈਗੀਆਂ ਨੇ ਈਡੀ ਵੱਲੋਂ, ਨਿਰੰਜਨ ਸਿੰਘ ਵੱਲੋਂ, ਤੇ ਉਹਨਾਂ ਦੇ ਜਿਹੜੇ ਵਕੀਲ ਖੜੇ ਹੋਏ ਹੈਗੇ ਨੇ ਮਿਸਟਰ ਗੁਪਤਾ, ਹੀ ਇਜ਼ ਆਲਸੋ ਵੈਰੀ ਕੰਪੀਟੈਂਟ ਪਰਸਨ, ਵਨ ਦ ਮੋਸਟ ਕੰਪੀਟੈਂਟ ਐਡਵੋਕੇਟਸ ਦੈਟ ਕੈਨ ਬੀ। ਇਸ਼ੂ ਦਾ ਸਾਈਡ ਟਰੈਕ ਨਹੀਂ ਹੋਇਆ ਹੈਗਾ। ਹਾਂ, ਡਿਲੇ ਹੋ ਰਹੀ ਹੈਗੀ ਹੈ, ਕਈ ਵਾਰ ਸਾਨੂੰ ਲੱਗਦਾ ਹੈਗਾ ਸਾਈਡ ਟਰੈਕ ਹੋ ਗਿਆ ਹੈਗਾ, ਪਰ ਬੇਸਿਕ ਪ੍ਰੋਬਲਮ ਹੈਗੀ ਹੈ ਕਿ ਟਾਈਮ ਲੱਗ ਰਿਹਾ ਹੈਗਾ। ਔਰ ਕਈ ਵਾਰ ਇਹ ਵੀ ਜਾਪਦਾ ਹੈਗਾ, ਇੱਕ ਕਹਾਵਤ ਹੈਗੀ ਹੈ ਕਿ ਜਿਹੜਾ ਜਸਟਿਸ ਹੈਗਾ, ਜਸਟਿਸ ਡਿਲੇਡ ਜਸਟਿਸ ਡਿਨਾਈਡ। ਤੇ ਰੱਬ ਨਾ ਕਰੇ ਕਿ ਪੰਜਾਬ ਦੇ ਲਈ ਇਹ ਸਮੱਸਿਆ, ਇਹ ਇਸ਼ੂ ਨਾ ਖੜਾ ਹੋ ਜਾਏ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਫॉर ਪੰਜਾਬ, ਫॉर ਪੰਜਾਬੀਜ਼, ਫॉर ਆਵਰ ਰੇਸ, ਫॉर ਆਵਰ ਯੂਥ, ਫॉर ਐਵਰੀਬਾਡੀ। ਹਾਂਜੀ ਜੀ ਬਿਲਕੁਲ। ਅਮੀ ਵੀਰ ਜੀ, ਜੋ ਸਰ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ, ਪ੍ਰੀਵੀਅਸ ਇੰਟਰਵਿਊ ਗੱਲ ਕੀਤੀ ਸੀਗੀ, ਤੁਸੀਂ ਦੱਸਿਆ ਸੀ ਕਿਸ ਤਰ੍ਹਾਂ ਤੁਸੀਂ ਲੋਕਾਂ ਦੇ ਘਰ ਜਾਂਦੇ, ਪੰਜਾਬੀਆਂ ਦੇ ਘਰ ਜਾਂਦੇ ਹੋ, ਲੋਕ ਦੇਖਦੇ ਹੋ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨਰਕ ਹੋ ਰਹੀ ਹੈ, ਨਸ਼ਿਆਂ ਦੇ ਵਿੱਚ ਡੁੱਬੀ ਜਾ ਰਹੀ, ਕਿਸ ਤਰ੍ਹਾਂ ਉਹਨਾਂ ਦੀਆਂ ਮਾਤਾਵਾਂ ਕਿਸ ਤਰ੍ਹਾਂ ਰੋਂਦੀਆਂ ਨੇ ਤੁਹਾਡੇ ਸਾਹਮਣੇ। ਪਰ ਜਿਸ ਤਰ੍ਹਾਂ ਇੱਕ ਪਾਸੇ ਸਾਡੇ ਬੱਚੇ ਇੰਨੇ ਡਰੱਗ ਦੇ ਦਲਦਲ ਦੇ ਵਿੱਚ ਫਸੇ ਹੋਏ ਨੇ, ਤੇ ਦੂਸਰੇ ਪਾਸੇ ਜਥੇਦਾਰ ਅਕਾਲ ਤਖਤ ਸਾਹਿਬ ਸਟੇਟਮੈਂਟ ਦੇ ਰਹੇ ਨੇ ਕਿ 4-4 ਬੱਚੇ ਕਰੋ। ਤੁਹਾਨੂੰ ਕੀ ਲੱਗਦਾ ਕਿ ਇਹ ਸਟੇਟਮੈਂਟ ਕਿੱਥੇ ਤੱਕ ਠੀਕ ਹੈ ਕਿ ਮਾਤਾਵਾਂ ਜਿਹੜੀਆਂ ਨੇ ਆਪਣੇ ਬੱਚਿਆਂ ਨੂੰ 4-4 ਬੱਚਿਆਂ ਨੂੰ ਡਰੱਗਸ ਦੇ ਵਿੱਚ ਦੇਖਣ ਲਈ ਤਿਆਰ ਨੇ? ਤੁਹਾਨੂੰ ਕੀ ਲੱਗਦਾ, ਵਾਟਸ ਯੋਰ ਪੁਆਇੰਟ ਆਫ ਵਿਊ ਔਨ ਦਿਸ? ਅਭੀ ਭਾਜੀ, ਇਹ ਜਿਹੜਾ ਹੈਗਾ ਧਾਰਮਿਕ ਮਸਲਾ ਹੈਗਾ, ਇਹਦੇ ਬਾਰੇ ਮੈਂ ਗੱਲ ਨਾ ਕਰਾਂ ਚੰਗਾ ਹੈਗਾ, ਪਰ ਇਹ ਜ਼ਰੂਰ ਕਹਾਂਗਾ ਕਿ ਜਿੰਨੇ ਵੀ ਸਾਡੇ ਪੰਜਾਬੀ ਹੈਗੇ ਨੇ, ਜਿਹੜੇ ਸਾਡੇ ਸਿੱਖ ਭਰਾ ਹੈਗੇ ਨੇ, ਪਰਿਵਾਰ ਹੈਗੇ ਨੇ ਪੰਜਾਬ ਦੇ ਵਿੱਚ, ਪੰਜਾਬ ਦੇ ਬਾਹਰ,
वो एक बारी बैठ के बारे गल जरूर करन, विचार जरूर करन कि किन्ना हैगा किन्ना नहीं हैगा ठीक, पर ये शायद मेरा विचार मेरी कोई गल करन इस बारे गल करना शायद ठीक नहीं रहेगा, क्योंकि बहुत ही एक धार्मिक से बहुत सेंसिटिव मसला हैगा। पर जब सिर्फ मनुखता की गल करो, ह्यूमैनिटी की गल करो, तो फिर मैं यही कहूँगा कि हाँ ये इशू इस तरह है कि जिसे सारे बैठ के एक बारी विचारन की लोड़ हैगी है। जी बिल्कुल। तो वीर जी जिस तरह जथेदार अकाल तख्त साहिब ने गलबात करते हैं हमेशा, पर उन्हें जड़ा तो हमेशा बादल सरकार तो आंदियां ने, बादल के परिवार तो आंदियां ने, पर जिस तरह बादल दी नवी खबर आई सी, जिस तरह बादल दी ऑर्बिट बसेस दे विच घटना वापरी, आई एम प्रीटी श्योर दैट यू नो एज वेल, जिस दे विच एक बच्ची दी मौत हो गई है। पर इस तरह की घटना पहली बार नहीं हुई, जिस तरह पहला भी बादल दे जिहड़े बसेस ने उन्हां दे ड्राइवर्स जां कंडक्टर ने इस तरह पहला बहुत सारी घटना कीतियां ने, जिस दे विच लोकां दी बेगुनाह लोकां दी मौत हुई, करी किसी नूं कुचल दित्ता गया, करी किसी नूं मार दिता गया। डू यू थिंक कि इन लोगों ने तो चलो ड्रग्स दिंदे ने, पंजाब की जवानी को खराब कर दें, कि इन्होंने तो लगता कि अपने कंडक्टर्स अपने ड्राइवर्स भी इस ड्रग दे विच हमेशा डुबे रहंदे ने, कि जिहड़ी इस तरह की घटनावां रोज दूसरे तीसरे दिन हुंदियां ने? कोई ना कोई गल जरूर हैगी है। जे तुसीं इन्हां दे ड्राइवर्स की गल छड्डो, मैं पहले गल करांगा पंजाब के पॉलिटिशियन दे, तुहानूं ध्यान होएगा इस तो कई बार पहले मैं एक गल कही सी कि पंजाब के जिहड़े पॉलिटिशियंस हैगे ने, नंबर ऑफ देम काफी सारे जिहड़े हैगे ने आप ड्रग्स लेंदे हैगे ने, ड्रगीज हैगे ने, उन्हां दा मैडिकल टेस्ट करना चाहिए हैगा, उन्हां दा डोप टेस्ट करना चाहिए, जिहदे करके पंजाब दे विच एक पूरा तूफान जिहा खड़ा हो गया सी कि किस तरह मैं मेरी हिम्मत पई ये मंग करन दी कि जिहड़े पंजाब दे पॉलिटिशियन हैगे ने उन्हां दा डोप टेस्ट कराया जाए। हाँ जे ड्राइवर्स हैगे ने, इस तरह बंदे हैगे ने, उन्हां दा भी रेगुलर बाय सरप्राइज डोप टेस्ट कराना चाहिए हैगा। प्रॉब्लम यह है कि पंजाब दे विच अज दी तारीख दे विच एक वक्त किस्म के माफिया जड़े हैगे ने उन्हां दा राज हो गया है। जे तुसीं गल करते हैं कि ट्रांसपोर्ट सैक्शन की, चाहे तुसीं ड्राइवर्स कह दो, चाहे प्राइवेट बस ऑपरेटर्स यूनियंस कह दो, हर तरीके की एक मोनोपोली बनी पई हैगी है। चाहे तुसीं ड्रग देख लियो वो इशू हैगा, उहदे च माफिया हैगा, करप्शन देख लियो उहदे च माफिया हैगा। पंजाब ते पंजाब दे हितां दी गल तुसीं वेखो, ओह नहीं लोकी होंदे ने, उहदे च माफिया हैगा, कब्जे होंदे हैगे ने, रेता के बाकी जिहड़े हैगे ने दे आर ऑल माफियाज, एनआरआई की प्रॉपर्टी जो लुट्टी जा रही है कि दैट्स अगेन माफिया। पंजाब के विच अज दी तारीख च एक माफिया राज हैगा विच इज इनटू ड्रग्स इन अ बिग वे, एंड मैं तो कहूँ जिहड़े इंपॉर्टेंट पर्सनस हैगे उन्हां दा डोप टेस्ट कराना चाहिए हैगा, इंक्लूडिंग पॉलिटिशियंस, ताकि सानू एक घट तो घट एक हेल्दी लीडरशिप ते मिल सके। जी बिल्कुल। अभी वीर जी जिस तरह तुम ड्रग्स के बारे गलबात करते हो कि प्रॉब्लम नॉट ओनली ड्रग्स, देयर सो मेनी अदर प्रॉब्लम्स इन पंजाब, आई नो यू गेट फ्रस्ट्रेटेड बाय ब्रिंगिंग सो मच अवेयरनेस एंड पीपल लोग थानू कई नहीं सुनते, पर जिस तरह तुम हुण TV 84 ते थानू ऑल ओवर द वर्ल्ड इस वे लोग वेख रहे ने, सुन रहे। आई वुड लाइक टू आस्क यू, जिस तरह 2017 दी असेंबली इलेक्शंस आ रही हैं, व्हाट वी नीड टू डू टू ब्रिंग मोर चेंजेस इन पंजाब? ऐसी किस तरह कोई ऐसी चीज करिए जिस ना पंजाब दे विच पूरा पंजाब चेंज हो जाए? मोस्ट रेलिवेंट इशू बीबा जी, मोस्ट रेलिवेंट इशू जैसे मैं कहा कि पंजाब की जी अज की तरीक में पंजाबी है, पंजाबी रेस है, वी आर मूविंग टुवर्ड्स एक्सटिंक्शन। हाँ जी। पंजाब के खिते की गल करिए तो पवन जगाड़ो हड़प्पा के लवल जड़े है जिन्होंने ये बारे नहीं पता है कि अमेरिका च रहिंदे है, दे कैन ऑलवेज लुक टुवर्ड्स अस, देख नूं की होया, मायन कल्चर नूं की होया, they know about it, people are moving towards extinction। ਹੁਣ ਸਾਡੇ ਕੋਲ ਸਿਰਫ ਇੱਕੋ ਟਾਈਮ ਆਏਗਾ 2017 ਦੇ ਵਿੱਚ, ਜੇ ਅਸੀਂ 2017 ਦੇ ਵਿੱਚ ਇਕੱਠੇ ਹੋ ਕਰਕੇ ਇੱਕ ਡੈਮੋਕ੍ਰੈਟਿਕ ਰੈਵੋਲੂਸ਼ਨ ਪੰਜਾਬ ਦੇ ਵਿੱਚ ਨਹੀਂ ਲਿਆਏ ਤੇ ਅਸੀਂ ਖਤਮ ਹੋ ਗਏ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਬੀਬਾ ਜੀ ਕਿ ਪੰਜਾਬ ਦੇ ਵਿੱਚ ਚਾਹੇ ਕਾਂਗਰਸ ਹੈਗੀ ਹੈ, ਚਾਹੇ ਅਕਾਲੀ ਹੈਗੀ ਹੈ, ਚਾਹੇ BJP ਹੈਗੀ ਹੈ, ਹੋਰ ਪੋਲੀਟੀਕਲ ਪਾਰਟੀਆਂ ਹੈਗੀਆਂ ਨੇ, ਉਹਨਾਂ ਦਾ ਕੀ ਰੋਲ ਰਿਹਾ ਹੈਗਾ ਅੱਜ ਤੱਕ ਸਾਰਿਆਂ ਨੂੰ ਪਤਾ ਹੈਗਾ। पिछले दिनों च वेव खड़ी हुई है आम आदमी पार्टी की चंगी पार्टी हैगी है, बट अनफॉर्चुनेटली पिछले दिनों च दिल्ली दे विच दिल्ली सेंट्रिक पोलिटिकल पार्टी हो गई, जिहड़ा कि पंजाब के हितां दी गल, पंजाब के पानी की, पंजाब की बिजली की, पंजाब की खेती की, पंजाबियों के अधिकार की गल नहीं कर सकते है, क्योंकि पंजाब का पानी, पंजाब का बिजली, पंजाब का एग्रीकल्चर प्रोड्यूस सबसिडाइज रेट से दिता जा रहा है दिल्ली दे विच इन ऑल दोस प्लेसेस, एंड अस्सी सालों पंजाब दे विच अपना जरा मर्चेंडाइज है उन्होंने असी नहीं बेच पा रहे हैं। वी आर बीइंग एक्सप्लॉइटेड एज यूजुअल। 2017 का टाइम है रीबा जी व्हेन वी कैन सेव अवरसेल्व्स, जस्ट और अपने आप को बचाया सी, वी आर फिनिश्ड फॉर एवर।
जी बिल्कुल। अमी बीच जैसे ਤੁਸੀਂ ਗੱਲ ਕੀਤੀ ਕਿ ਵੀ ਨੀਡ ਟੂ ਬ੍ਰਿੰਗ ਚੇਂਜ ਐਂਡ ਸਾਡੇ ਕੋਲ ਟਾਈਮ ਜਿਹੜਾ ਹੈਗਾ 2017 ਦਾ ਹੈਗਾ ਐਂਡ ਸਾਨੂੰ ਡੈਮੋਕ੍ਰੈਟਿਕ ਲਾਈਕ ਰੈਵੋਲੂਸ਼ਨ ਲਾਈਕ ਐਂਡ ਲਾਸਟ ਟਾਈਮ ਵੀ ਸਪੋਕ ਟੂ ਯੂ ਟੋਲਡ ਅਸ ਅਬਾਊਟ ਦਿਸ ਪਾਰਟੀ ਕਿ ਇੱਕ ਪਾਰਟੀ ਸਾਨੂੰ ਪੰਜਾਬੀਆਂ ਨੂੰ ਬਣਾਉਣੀ ਚਾਹੀਦੀ ਹੈ। ਤੁਸੀਂ 5 ਮੁੱਦਿਆਂ ਦੀ ਵੀ ਗੱਲਬਾਤ ਕੀਤੀ ਸੀ। ਯੂ ਆਲਸੋ ਸੈਡ ਕਿ ਯੂ ਆਲਸੋ ਟਾਕਿੰਗ ਟੂ ਅਦਰ ਮਾਈਨੋਰਿਟੀਜ਼ ਜਿਸ ਤਰ੍ਹਾਂ ਕ੍ਰਿਸਚੀਅਨਸ ਨੇ ਜਾਂ ਮੁਸਲਿਮਸ ਨੇ ਇੱਕ ਪਾਰਟੀ ਬਣਾਉਣ ਦੇ ਲਈ ਉਸ ਪਾਰਟੀ ਦੀ ਇਸ ਵੇਲੇ ਕੀ ਅਪਡੇਟ ਹੈ? ਆਰ ਯੂ ਵਰਕਿੰਗ ਔਨ ਇਟ? Yes, we all are working on it. प्रॉब्लम्स ये आ रही हैं कि ਜਿਹੜੀ ਸਰਕਾਰ ਹੈ ਕਿ ਇਹ ਜਿਹੜੀ ਪੋਲੀਟੀਕਲ ਪਾਰਟੀਆਂ ਹੈਗੇ ਨੇ ਪਾਰਟਿਕੂਲਰਲੀ ਮੈਂ ਗੱਲ ਕਰਾਂਗਾ ਪੰਜਾਬ ਦੀ ਉਹਨਾਂ ਦੇ ਕੋਲ ਬੇਸਿਕ ਹੈਗਾ ਦੇ ਹੈਵ ਰਾਈਟ ਨਾਓ ਦ ਮਨੀ ਪਾਵਰ ਦੇ ਹੈਵ ਦ ਜਿਹਨੂੰ ਕਹਿੰਦੇ ਡੰਡੇ ਦਾ ਜ਼ੋਰ ਹੈਗਾ ਜਿਨ੍ਹਾਂ ਦੇ ਨਾਲ ਗੱਲ ਕਰਦੇ ਆ ਬੰਦੇ ਥੋੜਾ ਪਿੱਛੇ ਹਟ ਜਾਂਦੇ ਹੈਗੇ ਨੇ। ਹਾਂਜੀ ਸਾਡਾ ਇੱਥੇ ਮਿੱਤਰਾਂ ਦੇ ਗਰੁੱਪ ਬਣਿਆ ਹੈਗਾ ਜਿਹਦੇ ਚ ਤੁਹਾਨੂੰ ਪਤਾ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਵੀ ਹੈਗੇ ਨੇ ਸਰਬਜੀਤ ਸਿੰਘ ਜੀ ਹੈਗੇ ਸ਼ਾਮਪੁਰਾ ਜੀ ਹੈਗੇ ਨੇ ਇਹਦੇ ਇਲਾਵਾ ਚੀਮਾ ਸਾਹਿਬ ਹੈਗੇ ਨੇ। All of us are working in that direction. ਹੌਲੀ ਕਰਕੇ ਵੀ have approached even Bains Brothers ਕਿ ਤੁਸੀਂ ਵੀ ਸਾਰੇ ਆਓ ਪੰਜਾਬ ਦੇ ਵਿੱਚ ਅੱਗੇ ਥਰਡ ਫਰੰਟ ਕ੍ਰੀਏਟ ਕਰੀਏ। ਦੁੱਖ ਦੀ ਗੱਲ ਹੈ ਕਿ ਭਾਈ ਦੇਖੋ ਹਰ ਸਟੇਟ ਦੇ ਵਿੱਚ ਪੂਰੇ ਸਾਊਥ ਦੇ ਵਿੱਚ ਦੇ ਹੈਵ ਸਟੇਟ ਸੈਂਟਰਿਕ ਪਾਰਟੀ ਜੋ ਕਿ ਆਪਣਾ ਸਟੇਟ ਦਾ ਰੁਖ ਦੇਖਦੇ ਹੈਗੇ ਨੇ ਸਟੇਟ ਦੇ ਹਿੱਤਾਂ ਦੀ ਗੱਲ ਕਰਦੇ ਆ। ਦਿੱਲੀ ਦੇ ਵਿੱਚ ਵੀ ਹੈਵ ਦਿੱਲੀ ਸੈਂਟਰਿਕ ਪਾਰਟੀ ਨਾਓ ਆਮ ਆਦਮੀ ਪਾਰਟੀ। ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਮੱਧ ਪ੍ਰਦੇਸ਼ ਹਰ ਥਾਂ ਤੇ ਸਟੇਟ ਸੈਂਟਰਿਕ ਪਾਰਟੀ ਹੈ ਕਿ ਵਾਈ ਨਾਟ ਇਨ ਪੰਜਾਬ। ਜੀ ਬਿਲਕੁਲ ਸਾਡਾ ਲਗਾਤਾਰ ਐਕਸਪਲੋਇਟੇਸ਼ਨ ਹੁੰਦਾ ਰਿਹਾ ਸੀ 47 ਤੋਂ ਪਹਿਲਾਂ ਵੀ 47 ਤੋਂ ਬਾਅਦ ਵੀ। 47 ਤੋਂ ਪਹਿਲਾਂ ਜਿਹੜੇ ਹੈਗੇ ਨੇ ਗੋਰੇ ਅੰਗਰੇਜ਼ ਹੋ ਗਏ ਮੁਗਲ ਹੋ ਗਏ ਉਹਦੇ ਬਾਅਦ ਕਾਲੇ ਅੰਗਰੇਜ਼ ਹੋ ਗਏ ਕਿ ਸਾਡੇ ਕੋਲ ਤੇ ਇੱਕੋ ਹੀ ਕੰਮ ਰਹਿ ਗਿਆ that we keep on getting exploited all the time. Why can't we create our own state centric parties to look after the interests of ਪੰਜਾਬ ਦੇ ਪਾਣੀ ਪੰਜਾਬ ਦੇ ਅਧਿਕਾਰ ਅਤੇ ਪੰਜਾਬ ਦੇ ਹਰ ਵਰਗ ਦੇ ਅਧਿਕਾਰ employed ਹੈਗੇ ਨੇ unemployed ਹੈਗੇ ਨੇ girls ਹੈਗੇ ਨੇ ladies ਹੈਗੇ ਨੇ students ਹੈਗੇ ਨੇ youth ਹੈਗੇ ਨੇ ਹਰ ਪ੍ਰੋਬਲਮ nobody is bothered about it। ਸਾਰਾ ਪਾਣੀ ਜਿਹੜਾ ਹੈਗਾ ਸਾਡੇ ਬਿਜਲੀ ਜਿਹੜੀ ਹੈਗੀ ਸਾਡਾ ਐਗਰੀਕਲਚਰ ਪ੍ਰੋਡਿਊਸ ਜਿਹੜਾ ਹੈਗਾ that's going all over the country। ਔਰ ਸਾਨੂੰ ਇਹ ਵੀ ਹੱਕ ਨਹੀਂ ਹੈਗਾ ਕਿ ਅਸੀਂ ਉਹਨਾਂ ਦੇ ਇੱਕ ਰੈਮੂਨਰੇਟਿਵ ਪ੍ਰਾਈਸਿਸ ਲਈਏ ਐਜ਼ ਪਰ ਦ ਗੋਇੰਗ ਔਨ ਰੇਟਸ। So we have to have a state-centric party in Punjab, Deepaji. We are working towards that, and we are sure that we'll have that well in time. ਜੀ ਬਿਲਕੁਲ ਅਮੀ ਬੀਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹ ਚੀਜ਼ਾਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀਆਂ ਕਿ ਕਿਸ ਤਰ੍ਹਾਂ ਪੰਜਾਬ ਦਾ ਪਾਣੀ ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਟਾਈਮ ਟੂ ਟਾਈਮ ਕਿੰਨਾ ਚਿਰ ਹੋ ਗਿਆ। ਆਈ ਮੀਨ ਪੰਜਾਬ ਯੂਜ਼ ਟੂ ਬੀ ਇੱਕ ਅਮੀਰ ਸੂਬਾ ਹੁੰਦਾ ਸੀ ਪਰ ਜਿਸ ਤਰ੍ਹਾਂ ਹੁਣ ਪੰਜਾਬ ਕਿਸ ਤਰ੍ਹਾਂ ਕਰਜ਼ ਦੇ ਵਿੱਚ ਡੁੱਬਿਆ ਹੋਇਆ ਹੈ। ਸੋ ਐਕਸਪਲੇਨਿੰਗ ਦੈਟ ਥੈਂਕ ਯੂ ਸੋ ਮਚ। ਪਰ ਬੀਜੀ ਅਸੀਂ ਹਮੇਸ਼ਾ ਤੁਹਾਨੂੰ ਇੱਕ ਕੁਐਸਚਨ ਜ਼ਰੂਰ ਪੁੱਛਦੇ ਹਾਂ ਐਂਡ ਆਈ ਵੁੱਡ ਲਾਈਕ ਟੂ ਆਸਕ ਯੂ ਸੇਮ ਕੁਐਸਚਨ ਅਗੇਨ ਤੁਹਾਡੇ ਕੋਲ ਵਾਪਸ ਹੀ ਸੇਮ ਕੁਐਸਚਨ ਮੈਂ ਦੁਬਾਰਾ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਇਸ ਵੇਲੇ ਪੰਜਾਬ ਦੀ ਜਵਾਨੀ ਦਾ ਕੀ ਹਾਲਾਤ ਨੇ? ਪੰਜਾਬ ਦੀ ਜਵਾਨੀ ਦੇ ਕਿੰਨੀ ਕੁ ਡਰੱਗਸ ਵਿੱਚ ਅਜੇ ਵੀ ਹੈ? what's the ratio going on? even last time I asked you about the ratio but after 3 months I would like to ask you again ਕਿ ਇਸ ਵੇਲੇ ਰੇਸ਼ੀਓ ਕੀ ਹੈ ਪੰਜਾਬ ਦੇ ਬੱਚਿਆਂ ਦਾ ਕੀ ਹੈ ਕਿੰਨੀ ਕੁ ਅਵੇਅਰਨੈਸ ਆ ਚੁੱਕੀ ਹੈ ਕਿ ਹੁਣ ਲੋਕ ਇਸ ਚੀਜ਼ ਨੂੰ ਸਮਝਦੇ ਨੇ ਕਿ ਇਸ ਚੀਜ਼ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਐਂਡ ਸਪੈਸ਼ਲੀ ਇੰਡੀਅਨ ਗਵਰਨਮੈਂਟ ਦਾ ਰੋਲ ਜਾਂ ਪੰਜਾਬ ਸਰਕਾਰ ਦਾ ਰੋਲ ਇਹਨਾਂ ਲੋਕਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਦੇ ਵਿੱਚ ਇਸ ਬਾਰੇ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ। ਮੈਂ ਇਹਦਾ ਥੋੜਾ ਜਵਾਬ ਸੀ 2-3 ਸੈਂਟੈਂਸ ਦਿਆਂਗਾ। ਪੰਜਾਬ ਦੀ ਜਵਾਨੀ ਤੁਸੀਂ ਗੱਲ ਕੀਤੀ ਪੰਜਾਬ ਦੀ ਜਵਾਨੀ ਰੁੜ ਗਈ ਹੈ। ਹਾਂਜੀ ਪੰਜਾਬ ਦਾ ਜਿਹੜਾ ਕਲਚਰ ਹੈਗੀ ਹੈ ਰੁੜ ਗਈ ਹੈਗੀ ਹੈ। ਕਿੰਨੇ ਬੰਦੇ ਕਿੰਨੇ ਪਰਸੈਂਟੇਜ ਨਸ਼ੇ 'ਚ ਹੈਗੇ ਨੇ ਇਹਦੇ ਬਾਰੇ ਤੁਹਾਡਾ ਧਿਆਨ ਲਿਜਾਣਾ ਚਾਹਾਂਗਾ। ਪਿਛਲੇ ਦਿਨਾਂ 'ਚ ਪੰਜਾਬ ਸੁਪਰੀਮ ਕੋਰਟ ਦੇ ਜੱਜ ਸਾਹਿਬ ਆਏ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਸੀ ਉਹਨਾਂ ਦਾ ਆਪਣਾ ਸਟੇਟਮੈਂਟ ਹੈਗਾ ਹੈ ਕਿ ਪੰਜਾਬ ਦੇ ਵਿੱਚ ਆਲਮੋਸਟ 80% ਯੂਥ ਜਿਹੜੇ ਹੈਗੇ ਨੇ ਦੇ ਆਰ ਇਨਟੂ ਡਰੱਗਸ। ਉਹਨਾਂ ਦਾ ਸਟੇਟਮੈਂਟ ਹੈਗਾ। ਗਵਰਨਮੈਂਟ ਆਫ ਇੰਡੀਆ ਦਾ ਕੀ ਰੁਖ ਹੈਗਾ ਇਹਦੇ ਬਾਰੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਪਿਛਲੇ ਦਿਨ ਆਪਣੇ ਮਨ ਦੀ ਗੱਲ ਤੇ ਕੀਤੀ मन की बात जिसे कहा था उन्होंने मन की बात तो उन्होंने की पर मन की बात जी है जापदा मन दे विच ही रह गई। कोशिश शायद शुरुआत उन्होंने करने की कोशिश की थी पर उन्होंने पोलिटिकल कंसिडरेशन मनु जापदा है उन्होंने ज्यादा इंपॉर्टेंट है कि पंजाब या पंजाब की जवानी दे नाल उन्होंने जापदा है कोई इंटरेस्ट नहीं है कोई लेना देना नहीं है। दे आर नॉट डूइंग एनीथिंग एवरीबडी इज जस्ट साइलेंट स्पेक्टेटर और कोशिश रही हो रही है जितना कमा सकते हैं जो पैसा कमा लियो जिन्नी हरकत कर सकते हो कर लियो। शायद उन्होंने भी पता है कि 2017 के बाद पंजाब के विच पावर च नहीं आएंगे। अगेन इन लास्ट वन सेंटेंस पंजाब की जवानी पंजाब रुड़ गया थी भाई। जी बिल्कुल परवीर जी जिस तरह हमेशा तो मैं गलबात करी दी असं देखी दा पंजाब परस्पैक्टिव देखी दा कि पंजाब दे विच किस तरह सारे बच्चे भी खराब हो रहे हैं किस तरह सारी अगली आने वाली जी नस्ल है अगली आने वाली जनरेशन है वह भी खराब हो रही क्योंकि बच्चे किस तरह नशियां दे विच काबू हो जा रहे हैं अपनी नर्व्स दे विच अपने नशा बसा के रखा होया है। पर जिस तरह लाइक यू नो
I don't understand one thing कि जिस तरह पंजाब ਦੇ ਵਿੱਚ ਇੰਨਾ drugs है, I know probably in all over India ਇੰਨਾ ਨਹੀਂ ਹੋਵੇਗਾ, so why they only the Indian government ਹਮੇਸ਼ਾ ਪੰਜਾਬ ਨੂੰ ਕਿਉਂ ਆਪਣਾ aim ਬਣਾਉਂਦੀ ਹੈ, ਪੰਜਾਬ ਦੇ ਨਾਲ ਇਸ ਤਰ੍ਹਾਂ ਵਿਤਕਰਾ ਕਿਉਂ ਕਰਦੀ ਹੈ? ਤੁਸੀਂ ਪਹਿਲੇ ਗੱਲ ਕੀਤੀ ਪੰਜਾਬ ਦੇ ਬੱਚੇ ਜਿਹੜੇ ਹੈਗੇ ਨੈਚੁਰਲੀ ਐਵਰੀਬਡੀ ਨੋਜ਼ ਕਿ ਰੁੜ ਗਏ ਹੈਗੇ ਨੇ, ਪਰ ਮੈਂ ਤੇ ਇੱਕ ਗੱਲ ਹੋਰ ਵੀ ਕਹਿਣਾ ਚਾਹਾਂਗਾ, ਪੰਜਾਬ ਦੀ ਆਉਣ ਵਾਲੀ ਜਿਹੜੀ ਜਵਾਨੀ ਹੈਗੀ ਜਿਹੜੀ ਕਾਫੀ ਅੱਜ ਕੱਲ੍ਹ ਦੀ ਜਵਾਨੀ ਵੀ ਹੈਗੀ ਹੈ, ਜਾਂ ਤੇ ਉਹ ਕਾਫੀ ਹੱਦ ਤੱਕ ਨਸ਼ਿਆਂ 'ਚ ਹੈਗੀ ਹੈ। ਇਹਦੇ ਇਲਾਵਾ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ, ਦੁੱਖ ਹੁੰਦਾ ਮੈਨੂੰ ਗੱਲ ਕਹਿੰਦੇ ਕਿ ਜੇ ਤੁਸੀਂ ਕਾਫੀ ਸਾਰੇ ਬੰਦਿਆਂ ਦਾ ਤੁਸੀਂ ਜੇ ਸੈਂਪਲ ਟੈਸਟ ਕਰਾਓ, ਇਹ ਗੱਲ ਚੱਲ ਰਹੀ ਹੈ ਕਿ ਵੀ ਵਾਂਟ ਟੂ ਗੋ ਅਬਾਊਟ ਦਿਸ ਸਟੱਡੀ ਕਰਨਾ ਚਾਹੁੰਦੇ ਹੈ ਕਿ ਅਸੀਂ ਜਿਸ ਤਰ੍ਹਾਂ ਖਬਰਾਂ ਆਉਂਦੀਆਂ ਹੈਗੀਆਂ ਨੇ ਕਿ ਸ਼ਾਇਦ ਵੀ ਆਰ ਹੈਡਿੰਗ ਟੂਵਰਡਸ ਦ ਮਿਕਸਡ ਰੇਸ on account of drug problem only. Drug issue ਕਰਕੇ ਵੀ ਹੈ ਸਾਡੀ ਜਿਹੜੀ ਆਪਣੀ ਰੇਸ ਜਿਹੜੀ ਹੈਗੀ it is not as purified as it used to be. That is another a big problem. I don't know how to rectify it, how to correct it. And ਤੇ ਦੂਜਾ ਕੁਐਸਚਨ ਤੁਹਾਡਾ ਕਿਸੇ ਦੀ ਭਾਜੀ ਸ਼ਾਇਦ ਮੈਂ ਆਪਣੇ ਫਲੋ ਦੇ ਵਿੱਚ ਭੁੱਲ ਗਿਆ ਹੈਗਾ, if you could please repeat that. ਵੀ ਜਿਹੜੀ ਇੰਡੀਅਨ ਗਵਰਨਮੈਂਟ ਹਮੇਸ਼ਾ ਪੰਜਾਬ ਦੇ ਨਾਲ ਹੀ ਕਿਉਂ ਇਸ ਤਰ੍ਹਾਂ ਵਿਤਕਰਾ ਕਰਦੀ ਹੈ? ਇਹ ਜੀਵਨ ਜੀ ਗੱਲ ਮੈਂ ਕਈ ਵਾਰੀ ਪਹਿਲੇ ਵੀ ਕਹਿ ਚੁੱਕਿਆ, ਫਿਰ ਕਹਿਣਾ ਹੈਗਾ, ਇਹ ਕਨਸਪੀਰੇਸੀ ਜਿਹੜੀ ਹੈਗੀ ਮਿਡ 80s ਦੇ ਵਿੱਚ ਸ਼ੁਰੂ ਹੋਈ ਸੀ। ਪੰਜਾਬੀਆਂ ਨੂੰ ਦੇਖੋ ਜਦੋਂ ਅੰਗਰੇਜ਼ ਇੱਥੇ ਆਏ ਉਹਨਾਂ ਨੇ ਸਾਰਿਆਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਪੰਜਾਬੀਆਂ ਨੂੰ ਕੰਟਰੋਲ ਕਰਨਾ ਹੈ, ਕਿਸ ਤਰ੍ਹਾਂ ਕਰੋ, ਤਾਂ ਉਹਨਾਂ ਨੇ ਕਿਹਾ ਕਿ ਟਾਰਗੇਟ ਕਰੋ ਸਿੱਖ ਰਿਲੀਜੀਅਸ ਆਰਗੇਨਾਈਜੇਸ਼ਨ ਜਿਹੜੇ ਹੈਗੇ ਨੇ, ਸਾਡੇ ਜਿਹੜੇ ਪਵਿੱਤਰ ਸਥਾਨ ਹੈਗੇ ਨੇ, ਗੁਰਦੁਆਰੇ ਹੈਗੇ ਨੇ, ਗੁਰਦੁਆਰਾ ਪੋਲਿਟਿਕਸ ਹੈਗੀ ਹੈ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਕਾਬੂ ਕਰੋ। ਸਟੱਡੀ ਇੰਡੀਕੇਟ ਕਰਦੀਆਂ ਹੈਗੀਆਂ ਨੇ, ਡਾਕਟਰ ਢਿੱਲੋਂ ਨੇ ਵੀ ਇਹਦੇ ਬਾਰੇ ਡਿਟੇਲ ਸਟੱਡੀ ਕਰਕੇ ਪੁੱਟਅਪ ਕੀਤੀ ਹੈਗੀ ਹੈ। ਉਹਦੇ ਬਾਅਦ ਸਟ੍ਰੈਟਜੀ ਚੇਂਜ ਹੋ ਗਈ ਕਿ ਇੱਕ ਮਾਰਸ਼ਲ ਰੇਸ ਹੈ ਕਿ ਪੰਜਾਬੀਆਂ ਨੂੰ ਇਸ ਤਰ੍ਹਾਂ ਕੰਟਰੋਲ ਕਰਨਾ ਹੈਗਾ, ਯੈਸ ਕੰਟਰੋਲ ਦ ਰਿਲੀਜੀਅਸ ਆਰਗੇਨਾਈਜੇਸ਼ਨ। ਉਹਦੇ ਨਾਲ ਤੁਸੀਂ ਉਹਨਾਂ ਨੂੰ ਡਰੱਗੀ ਬਣਾ ਦਿਓ, ਉਹਨਾਂ ਨੂੰ ਚਾਹੇ ਸ਼ਰਾਬ ਪਿਲਾਓ, ਚਾਹੇ ਉਹਨੂੰ ਡਰੱਗ ਪਿਲਾਓ, ਨਸ਼ੇ ਕਰਕੇ। ਇੱਕ ਇਹ ਤਰੀਕਾ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਹੈਗਾ, ਜੇ ਤੁਸੀਂ ਕਿਸੇ ਸਿਵਲਾਈਜੇਸ਼ਨ ਨੂੰ ਖਤਮ ਕਰਨਾ ਚਾਹੁੰਦੇ ਹੈਗੇ ਹੋ, ਉਹਨਾਂ ਨੂੰ ਨਸ਼ਿਆਂ ਦੇ ਵਿੱਚ ਲਿਆਓ। ਚਾਹੇ ਸ਼ਰਾਬ ਹੈਗੀ, ਸ਼ਰਾਬ ਇਜ਼ ਆਲਸੋ ਇਲੀਗਲ ਡਰੱਗ, ਦੈਟਸ ਆਲਸੋ ਅ ਡਰੱਗ, ਬਟ ਪ੍ਰੋਬਬਲੀ ਲੈਸ ਹਾਰਮਫੁਲ ਐਜ਼ ਕੰਪੇਅਰਡ ਟੂ ਅਦਰ ਡਰੱਗਸ। ਅੰਡਰ ਅ ਪਲਾਨਡ ਕਨਸਪੀਰੇਸੀ ਪੰਜਾਬ ਦੇ ਵਿੱਚ ਡਰੱਗਸ ਸ਼ੁਰੂ ਹੋਈਆਂ ਹੈਗੀਆਂ ਨੇ, ਜਿਹਦੇ 'ਚ ਹੁਣ ਇਹ ਸਟੇਜ ਆ ਗਈ ਹੈ ਕਿ ਈਵਨ ਦ ਜੱਜਸ, ਦੇਅਰ ਲਾਰਡਸ਼ਿਪਸ, ਦੇ ਆਲਸੋ ਐਡਮਿਟ ਦੈਟ ਪੰਜਾਬ ਇਸ ਤਰ੍ਹਾਂ ਦੇ ਇੱਕ ਗੰਧ ਵਿੱਚ ਪੈ ਚੁੱਕਿਆ ਹੈਗਾ, ਇਸ ਤਰ੍ਹਾਂ ਦੇ ਨਰਕ ਵਿੱਚ ਆ ਗਿਆ, ਜਿਹਨੂੰ ਨਿਕਾਲਣ ਦਾ ਕੰਮ ਜਿਹੜਾ ਹੈਗਾ, ਕੱਟਣ ਦਾ ਕੰਮ ਜਿਹੜਾ ਹੈਗਾ, ਉਹਨਾਂ ਨੂੰ ਰੈਸਕਿਊ ਕਰਨ ਦਾ ਕੰਮ ਜਿਹੜਾ ਹੈਗਾ, ਦੈਟਸ ਵੈਰੀ ਡਿਫਿਕਲਟ। ਇਹ ਤਾਂ ਹੀ ਹੋ ਸਕਦਾ ਹੈ ਸਾਰੇ ਪੰਜਾਬੀ ਜਿਹੜੇ ਹੈਗੇ ਨੇ, ਸਾਰੀ ਦੁਨੀਆ ਦੇ ਪੰਜਾਬੀ ਜਿਹੜੇ ਹੈਗੇ ਨੇ, ਚਾਹੇ ਇਸ ਖਿੱਤੇ 'ਚ ਹੋਣ, ਚਾਹੇ ਉਸ ਖਿੱਤੇ 'ਚ ਹੋਣ, ਦੁਨੀਆ ਦੇ ਕਿਸੇ ਹਿੱਸੇ 'ਚ ਰਹਿ ਰਹੇ ਹੈਗੇ ਨੇ, ਉਹ ਸਾਰੇ ਇਕੱਠੇ ਹੋ ਜਾਣ। ਜੀ ਬਿਲਕੁਲ। ਅਮੀ ਵੀਰ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਇਸ ਇਸ਼ੂ ਦੇ ਉੱਪਰ ਬਹੁਤ ਬੁਲੰਦ ਆਵਾਜ਼ ਖੜੀ ਕੀਤੀ ਹੈ, ਇੱਕ ਪੂਰਾ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ, ਤੁਸੀਂ ਕੈਂਪੇਨ ਚਲਾ ਰਹੇ ਹੋ, ਅਵੇਅਰਨੈਸ ਕੈਂਪਸ ਲਗਾ ਰਹੇ ਹੋ, ਲੋਕਾਂ ਦੇ ਘਰ ਘਰ ਤੱਕ ਜਾਂਦੇ ਹੋ, ਉਹਨੂੰ ਅਵੇਅਰ ਕਰਦੇ ਹੋ। ਸੋ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਪੰਜਾਬ ਲਈ ਐਟਲੀਸਟ ਖੜੇ ਹੋ। ਐਂਡ ਮੈਂ ਰਿਕੁਐਸਟ ਵੀ ਕਰਦੀ TV 85 I object ਮੈਮ, I object here। ਜੀ ਸ਼ੁਕਰੀਆ ਤਾਂ ਕੀਤਾ ਜਾਂਦਾ ਕਿ ਬਾਹਰ ਵਾਲਿਆਂ ਦਾ, ਮੈਂ ਪੰਜਾਬੀ ਹੈਗਾ, ਅਸਲੀ ਪੰਜਾਬੀ ਹੈਗਾ, ਜਿਸ ਤਰ੍ਹਾਂ ਪੰਜਾਬੀ ਦੀ ਜਿਹੜੀ ਇੱਕ ਸਪਿਰਿਟ ਹੁੰਦੀ ਹੈਗੀ ਹੈ, ਅਣਖ ਹੁੰਦੀ ਹੈ, ਮੇਰੇ ਵਿਚਕਾਰ ਹੈਗੀ ਹੈ। ਅਸੀਂ ਸਾਰੇ ਪੰਜਾਬੀ ਜਿਹੜੇ ਹੈਗੇ ਇੱਕੋ ਪਰਿਵਾਰ ਦੇ ਹੈਗੇ ਨੇ, ਪਰਿਵਾਰ ਦੇ ਵਿੱਚ ਕਦੇ ਸ਼ੁਕਰੀਆ ਨਹੀਂ ਕੀਤਾ ਜਾਂਦਾ। ਜੀ ਬਿਲਕੁਲ। ਅਸੀਂ ਚਾਹੁੰਦੇ ਕਿ ਇਹ ਅਣਖ ਹੋਰ ਵੀ ਪੰਜਾਬੀਆਂ ਦੇ ਵਿੱਚ ਆਵੇ, ਤਾਂ ਕਿ ਤੁਸੀਂ ਇੱਕ ਐਸਾ ਪਲੇਟਫਾਰਮ ਸ਼ੁਰੂ ਕਰੋ ਜਿੱਥੇ ਤੁਸੀਂ ਹਰ ਮੁੱਦੇ ਦੇ ਉੱਪਰ ਗੱਲਬਾਤ ਕਰੋ, ਨਾ ਸਿਰਫ ਨਸ਼ੇ ਦੇ ਉੱਪਰ, ਪਰ ਬਾਕੀ ਵੀ ਜਿਹੜੇ ਪੰਜਾਬ ਦੇ ਵਿੱਚ ਕਿੰਨੀਆਂ ਪ੍ਰੋਬਲਮਸ ਹੋ ਰਹੀਆਂ ਨੇ ਉਸ ਦੇ ਉੱਪਰ ਵੀ ਤੁਹਾਡੀ ਸਾਰੇ ਇਹ ਮਦਦ ਕਰਨ। ਬਾਕੀ ਸਿੱਖ ਜਥੇਬੰਦੀਆਂ ਨੇ ਜਾਂ ਹੋਰ ਪੰਜਾਬ ਦੇ ਜਥੇਬੰਦੀਆਂ ਨੇ, ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਇੱਕ ਐਸਾ ਪਲੇਟਫਾਰਮ, ਜਿਸ ਤੁਸੀਂ ਗੱਲ ਕੀਤੀ ਕਿ 2017 ਦੇ ਵਿੱਚ ਇਲੈਕਸ਼ਨ ਦੇ ਉੱਪਰ ਜਾਂ ਫਿਰ ਅਸੀਂ ਪਾਰਟੀ ਬਣਾਈ ਜਾਵੇ ਜਿਸ ਤੇ ਅਸੀਂ ਸਾਰੇ ਪੰਜਾਬੀਆਂ ਨੂੰ ਬਚਾ ਸਕੀਏ, ਪੰਜਾਬ ਨੂੰ ਬਚਾ ਸਕੀਏ ਇਹਨਾਂ ਲੋਕਾਂ ਦੇ ਕੋਲੋਂ। ਸੋ ਥੈਂਕ ਯੂ ਸੋ ਮਚ ਵੀਰ ਜੀ ਫॉर ਆਲ ਦਿਸ ਇਨਫੋਰਮੇਸ਼ਨ। ਪਰ ਅਸੀਂ ਹਮੇਸ਼ਾ ਹੁਣ ਅਸੀਂ ਪੰਜਾਬ ਦੀ ਵੀ ਗੱਲ ਕਰ ਲਿੱਤੀ ਆ, ਅਸੀਂ ਡਰੱਗਸ ਦੇ ਹਵਾਲੇ ਨਾਲ ਵੀ ਗੱਲ ਕਰਤੀ। ਐਟ ਦੀ ਐਂਡ ਕਿਉਂਕਿ ਸਾਡੇ ਕੋਲ 2-3 ਮਿੰਟ ਆ ਗਏ ਨੇ, ਅਸੀਂ ਤੁਹਾਡੇ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ। ਤੁਹਾਡੇ ਉੱਪਰ ਵੀ ਕਾਫੀ ਕੇਸਿਸ ਪਾਏ ਗਏ ਸੀ। ਆਈ ਹੋਪ ਐਵਰੀਥਿੰਗ ਇਜ਼ ਓਕੇ। ਇਹਨਾਂ ਕੇਸਿਸ ਸੰਬੰਧੀ ਅਗਰ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੋ ਤਾਂ ਜ਼ਰੂਰ ਕਰ ਸਕਦੇ ਹੋ 1-2 ਮਿੰਟ ਦੇ ਅੰਦਰ। ਹਾਂਜੀ, ਬਹੁਤ ਕੁਝ ਚੱਲ ਰਿਹਾ, ਕੇਸਿਸ ਚੱਲ ਰਹੇ, ਸਭ ਕੁਝ ਚੱਲ ਰਿਹਾ ਹੈਗਾ, ਪਰ ਮੈਂ ਗੱਲ ਮੰਨਦਾ ਹੈਗਾ ਕਿ ਮੈਂ ਜਿਹੜਾ ਬੰਦਾ ਹੈਗਾ, ਜਿਹੜਾ ਬਿਲੀਵ ਕਰਨਾ ਹੈਗਾ, ਮੇਰੇ ਆਦਰਸ਼ ਜਿਹੜੇ ਹੈਗੇ ਨੇ, ਮੇਰਾ ਜੀਵਨ ਜਿਹੜਾ ਹੈਗਾ ਵਾਹਿਗੁਰੂ ਹੈਗੇ ਉਹਨਾਂ ਦਾ ਬੰਦਾ ਹੈਗਾ। ਜਦੋਂ ਉਹਨਾਂ ਦੇ ਸੱਦਣਾ ਹੈਗਾ ਸੱਦ ਲੈਣਗੇ। ਉਹਦੇ 'ਚ ਮੇਰੀ ਵੀ ਇੱਛਾ ਨਹੀਂ ਹੈ ਕਿ ਮੇਰੇ ਵੀ ਕੁਝ ਨਹੀਂ ਚੱਲਣਾ, ਬਸ ਕਿਸੇ ਦਾ ਬਸ ਨਹੀਂ ਚੱਲਦਾ ਹੈਗਾ। ਮੈਂ ਤਾਂ ਆਪਣੇ ਆਪ ਨੂੰ ਇਸ ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਇਸ ਪਾਸੇ ਲੈ ਕੇ ਆਇਆ ਹੈਗਾ ਕਿ ਜਿਹੜਾ ਹਿੰਦੀ ਦਾ ਗਾਣਾ ਸੀ, ਜੀਣਾ ਹੈ ਹਾਂ ਮਰਨਾ ਹੈ, ਪੰਜਾਬੀ ਹੈਗੇ, ਪੰਜਾਬ ਲਈ ਜੀਣਾ ਹੈਗਾ, ਪੰਜਾਬ ਲਈ ਮਰਨਾ ਹੈਗਾ। ਇਹ ਬੇਨਤੀ ਮੈਂ ਸਾਰੇ ਪੰਜਾਬੀਆਂ ਨੂੰ ਕਰਾਂਗਾ।
ਜੀ ਵੈਲ ਥੈਂਕ ਯੂ ਸੋ ਮਚ ਫॉर योर ਟਾਈਮ ਵੀਰ ਜੀ ਐਂਡ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਸਾਡੇ ਦਰਸ਼ਕਾਂ ਨਾਲ ਅਪਡੇਟ ਸਾਂਝੀ ਕੀਤੀ ਹੋਪ ਟੂ ਟਾਕ ਟੂ ਯੂ ਸੂਨ ਅਸੀਂ ਹੋਰ ਵੀ ਰੀਸੈਂਟ ਮੁੱਦਿਆਂ ਦੇ ਉੱਪਰ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਕਿਉਂਕਿ ਸਾਡਾ ਅੱਜ ਦਾ ਵਕਤ ਸਮਾਪਤੀ ਵੱਲ ਜਾ ਰਿਹਾ ਤੁਹਾਡੇ ਕੋਲ ਇੱਥੇ ਇਜਾਜ਼ਤ ਲਵਾਂਗੇ ਨੈਕਸਟ ਟਾਈਮ ਤੁਹਾਨੂੰ ਫਿਰ ਤੋਂ ਦਰਸ਼ਕਾਂ ਦੇ ਰੂਬਰੂ ਕਰਾਵਾਂਗੇ ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ